ਅੱਜ बड़ी एक ਜ਼ਰੂਰੀ ਜਿਹੜੀ ਆ ਪ੍ਰੈਸ ਕਾਨਫਰੰਸ ਜਿਹੜੀ ਕਰਨੀ ਮੈਂ ਸਮਝਦਾ ਬਹੁਤ ਜ਼ਰੂਰੀ ਆ, ਕਿਉਂਕਿ ਅਸੀਂ ਬੜੇ ਲੰਮੇ ਸਮੇਂ ਤੋਂ ਇਸ ਕੇਸ ਦੇ ਲਈ ਵੱਖ-ਵੱਖ ਸੀਨੀਅਰ ਅਫਸਰਾਂ ਨੂੰ ਵੀ ਮਿਲੇ ਆ। ਸਾਡਾ ਇੱਕ ਵੀਰ ਰਣਜੀਤ ਸਿੰਘ ਜਿਸ ਦਾ ਕਤਲ ਹੋ ਜਾਂਦਾ ਵਾ 20/5/2022 ਨੂੰ, ਔਰ ਉਹ ਜਿਊਲਰੀ ਦੀ ਉਹਦੀ ਸ਼ਾਪ ਸੀਗੀ ਭਿੱਖੀਵਿੰਡ, ਔਰ ਉਹ ਡੇਲੀ ਭਿੱਖੀਵਿੰਡ ਤੋਂ ਅੰਮ੍ਰਿਤਸਰ ਅਪ ਡਾਊਨ ਕਰਦਾ ਸੀਗਾ। ਸ਼ਹੀਦ ਊਧਮ ਸਿੰਘ ਨਗਰ ਦਾ ਰਹਿਣ ਵਾਲਾ ਸੀਗਾ। ਇਹ ਮੇਰੇ ਨਾਲ ਬੈਠੇ ਨੇ ਉਹਨਾਂ ਦੇ ਵੱਡੇ ਬ੍ਰਦਰ ਸਰਦਾਰ ਗੁਰਨਾਮ ਸਿੰਘ ਜੀ, ਉਹਨਾਂ ਦੇ ਵਾਈਫ ਨੇ ਸਾਡੀ ਸਤਿਕਾਰਯੋਗ ਭੈਣ ਹਰਪ੍ਰੀਤ ਜੀ, ਇਹਨਾਂ ਦਾ ਛੋਟਾ ਬੱਚਾ। ਔਰ ਸਭ ਤੋਂ ਵੱਡੀ ਤੇ ਹੈਰਾਨੀ ਵਾਲੀ ਗੱਲ ਆ ਕਿ ਜਦੋਂ ਉਹ ਰਾਤ ਕੋਈ ਉੱਥੋਂ 8 ਵਜੇ ਦੇ ਕਰੀਬ ਉਹ ਡੇਲੀ ਸ਼ਾਪ ਬੰਦ ਕਰਕੇ ਜਦੋਂ ਅੰਮ੍ਰਿਤਸਰ ਨੂੰ ਆਉਂਦਾ ਸੀ, ਤੇ ਜੋ ਪੁਲਿਸ ਦੀ ਰਿਪੋਰਟ ਮੁਤਾਬਕ ਆ ਕਿ 8:39 ਤੱਕ ਰਣਜੀਤ ਸਿੰਘ ਦਾ ਫੋਨ ਜਿਹੜਾ ਚੱਲਦਾ ਰਿਹਾ ਵਾ ਮੰਡਿਆਲੇ ਤੱਕ, ਬੋੜੂ ਤੋਂ ਜਦੋਂ ਮੰਡਿਆਲੇ ਨੂੰ ਉਹ ਮੁੜਦਾ ਵਾ ਉੱਥੋਂ ਤੱਕ ਉਹਦਾ ਫੋਨ ਚੱਲਦਾ। ਉਸ ਤੋਂ ਬਾਅਦ ਉਹਦਾ ਫੋਨ ਜਿਹੜਾ ਵਾ ਉਹ ਬੰਦ ਹੋ ਜਾਂਦਾ, ਔਰ ਉਸ ਤੋਂ ਬਾਅਦ ਉਹਦੀ ਅਗਲੇ ਦਿਨ ਜਿਹੜੀ ਡੈੱਡ ਬੋਡੀ ਆ ਉਹ ਰੈਸ਼ੀਆਣਾ ਪਿੰਡ ਪੈਂਦਾ ਵਾ ਨਰੰਗਾਬਾਦ ਦੇ ਨੇੜੇ, ਜਿਹੜੀ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਨੂੰ ਰੋਡ ਜਾਂਦੀ ਹੈ। ਉੱਥੋਂ ਰੈਸ਼ੀਆਣੇ ਪਿੰਡ ਤੋਂ ਡਰੇਨ ਤੋਂ ਰਣਜੀਤ ਸਿੰਘ ਹੋਣਾ ਦੀ ਡੈੱਡ ਬੋਡੀ ਜਿਹੜੀ ਮਿਲਦੀ ਆ, ਔਰ ਜਿਹੜੀ ਪੁਲਿਸ ਆ ਉਹ 101 ਨੰਬਰ FIR ਪੁਲਿਸ ਸਟੇਸ਼ਨ ਸਦਰ ਜਿਹੜਾ ਤਰਨਤਾਰਨ ਆ ਉੱਥੇ ਪਰਚਾ ਜਿਹੜਾ ਉਹ ਦਰਜ ਕੀਤਾ ਜਾਂਦਾ। ਔਰ ਉਸ ਤੋਂ ਬਾਅਦ ਅਸੀਂ ਬਹੁਤ ਵਾਰੀ ਸਾਰੇ ਸਤਿਕਾਰਯੋਗ ਸੀਨੀਅਰ ਅਫਸਰ ਸਾਹਿਬਾਨਾਂ ਨੂੰ, SSP ਸਾਹਿਬ ਨੂੰ, ਔਰ ਉੱਥੋਂ ਜਿਹੜੇ SP ਵਿਸ਼ਾਲਜੀਤ ਸਿੰਘ ਜਿਹੜੇ ਇਸ ਕੇਸ ਨੂੰ ਸਪੈਸ਼ਲ ਤੌਰ ਤੇ ਡੀਲ ਕਰ ਰਹੇ ਸੀਗੇ, ਉਹਨਾਂ ਦੇ ਨਾਲ, ਉੱਥੋਂ ਦੇ DSP ਸਾਹਿਬ ਨਾਲ, SHO ਸਾਹਿਬ ਦੇ ਨਾਲ ਹਰ ਹਫ਼ਤੇ ਅਸੀਂ ਰਾਬਤਾ ਰੱਖਿਆ, ਪਰ ਸਾਨੂੰ ਜਿਹੜੀ ਆ ਉਹ ਨਮੋਸ਼ੀ ਮਿਲੀ ਆ। ਸਾਨੂੰ ਵੇਖੋ ਬੰਦਾ ਤੇ ਗਿਆ, ਵਾਪਸ ਨਹੀਂ ਆ ਸਕਦਾ, ਪਰ ਜੇ ਕਾਰਵਾਈ ਜਾਇਜ਼ ਪੁਲਿਸ ਕਰ ਦੇਵੇ ਤੇ ਫਿਰ ਕੁਛ ਨਾ ਕੁਛ ਜਿਹੜੀ ਉਹ ਜ਼ਖਮਾਂ ਤੇ ਮਲਮ ਮਲੀ ਜਾ ਸਕਦੀ ਹੈ। ਕਿਉਂਕਿ ਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਇਹਨਾਂ ਦੇ ਕਹਿਣ ਮੁਤਾਬਕ ਕਿ ਸਾਡਾ ਤੇ ਕਿਸੇ ਨਾਲ ਕੋਈ ਦੁੱਖ ਵੈਰ ਵੀ ਨਹੀਂ, ਤੇ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਾਡੇ ਭਰਾ ਦਾ ਮਰਡਰ ਹੋ ਗਿਆ ਤੇ ਸਾਨੂੰ ਅਜੇ ਤੱਕ ਪੁਲਿਸ ਜਿਹੜਾ ਉਹ ਟ੍ਰੇਸ ਹੀ ਨਹੀਂ ਕਰ ਸਕੀ। ਅੱਛਾ, ਵੱਡੀ ਗੱਲ ਇਹ ਹੈ ਕਿ ਉਹਦੀ ਗੱਡੀ ਵੀ ਨਾਲ ਲੈ ਗਏ, ਉਹਦੀ ਗੱਡੀ ਲੈ ਗਏ, ਉਹਦਾ ਪਿਸਤੌਲ ਸੀਗਾ ਗੱਡੀ 'ਚ, ਨਾਲ ਪਿਸਤੌਲ ਵੀ ਲੈ ਗਏ। ਤੇ ਮੈਂ ਬੜੀ ਯਾਰ ਇਹੀ ਪੁਲਿਸ ਨੂੰ ਬੇਨਤੀ ਕੀਤੀ ਸੀਗੀ ਕਿ ਤੁਸੀਂ ਯਾਰ ਇਹ ਕੋਈ ਗੱਡੀ ਉੱਡ ਕੇ ਤੇ ਚਲੇ ਨਹੀਂ ਗਈ ਤੇ ਰੋਡ ਦੇ ਉੱਪਰ ਦੀ ਆ, ਤੇ ਚੈੱਕ ਕਰ ਲਓ, ਸਾਨੂੰ ਦੱਸੋ ਤੇ ਸਹੀ। ਬਸ ਅੱਜ ਕਰ ਦਿੰਦੇ ਆ ਜੀ, ਕੱਲ ਕਰ ਰਹੇ ਆ ਜੀ, ਸਵੇਰੇ ਕਰ ਰਹੇ ਆ ਜੀ, ਸ਼ਾਮੀ ਕਰ ਰਹੇ ਆ ਜੀ, ਅੱਜ ਆਹ ਡਿਊਟੀ ਆ ਜੀ, ਅੱਜ ਆਹ ਡਿਊਟੀ ਆ। ਮੈਂ ਸਮਝਦਾ ਕਿ ਇੱਥੇ ਬੰਦੇ ਦਾ ਕੋਈ ਮੁੱਲ ਹੀ ਨਹੀਂ ਰਹਿ ਗਿਆ। ਮਤਲਬ ਕਿ ਵੇਖੋ, ਇੱਕ ਸਾਰਾ ਕੁਛ ਡੈੱਡ ਬੋਡੀ ਮਿਲੀ ਆ ਔਰ ਗੱਡੀ ਉਹਦੀ ਖੋ ਕੇ ਲੈ ਗਏ ਆ, ਤੇ ਪੁਲਿਸ ਨੇ ਜਿਹੜੀ ਅਜੇ ਤੱਕ ਮੈਂ ਸਮਝਦਾ ਕਿ ਜ਼ੀਰੋ ਕਾਰਵਾਈ ਆ। ਔਰ ਮੈਂ ਅੱਜ ਮੀਡੀਆ ਦੇ ਸਾਹਮਣੇ ਇਹ ਪੁਲਿਸ ਵਾਲਿਆਂ ਨੂੰ ਗੱਲ ਕਹਿ ਦੇਣੀ ਚਾਹਣਾ ਕਿ ਵੇਖੋ, ਇਹ ਪਰਿਵਾਰ ਦਾ ਵਿਚਾਰੇ ਦਾ ਸਬਰ ਦਾ ਬੰਨ ਜਿਹੜਾ ਹੁਣ ਟੁੱਟ ਚੁੱਕਾ। 2 ਮਹੀਨੇ ਬੀਤ ਜਾਣ ਦੇ ਬਾਅਦ ਵੀ ਤੁਸੀਂ ਇਹਨਾਂ ਨੂੰ ਕੋਈ ਉੱਗ ਸੁੱਗ ਹੀ ਨਹੀਂ ਦੱਸ ਸਕੇ ਕਿ ਇੱਥੋਂ ਤੱਕ ਅਸੀਂ ਪਹੁੰਚ ਗਏ ਆ ਜਾਂ ਇੱਥੋਂ ਤੱਕ ਪਹੁੰਚ ਗਏ। ਹਾਂ, ਪਰਿਵਾਰ ਦਾ ਜੀ ਗਿਆ, ਤੁਸੀਂ ਯਾਰ ਉਹਨਾਂ ਨੂੰ ਜੇ ਉਹ ਜਾਂਦੇ ਉਹਨਾਂ ਨੂੰ ਮਿਲੋ, ਉਹਨਾਂ ਨੂੰ ਤਰੀਕੇ ਨਾਲ ਤਾਂ ਦੱਸੋ, ਬਸ ਕੋਈ ਨਹੀਂ ਕਰਦੇ ਆ ਜੀ, ਵੇਖ ਰਹੇ ਆ ਜੀ, ਲਾਈ ਆ ਜੀ ਡਿਊਟੀ, ਟੀਮਾਂ ਭੇਜੀਆਂ ਜੀ, ਆਹ ਕੁਛ ਕਰਕੇ ਜਿਹੜੀ ਆ ਉਹ ਪੁਲਿਸ ਜਿਹੜੀ ਆ ਪੱਲਾ ਝਾੜ ਦਿੰਦੀ ਆ। ਅਸੀਂ ਪ੍ਰੋਗਰਾਮ ਬਣਾ ਰਹੇ ਹਾਂ, DGP ਸਾਹਿਬ ਨੂੰ ਮਿਲਾਂਗੇ, ਜੇ ਨਾ ਇਹਨਾਂ ਨੇ ਕੁਛ ਕੀਤਾ ਤੇ ਫਿਰ ਜਿਹੜਾ ਉਹ SSP ਤਰਨਤਾਰਨ ਦਾ ਅਸੀਂ ਜਿਹੜਾ ਮਨ ਬਣਾਇਆ ਵਾ ਕਿ ਹੁਣ ਘਰਾਓ ਵੀ ਕਰਾਂਗੇ, ਔਰ ਇਸ ਵੀਰ ਦੇ ਜਿਹੜੇ ਕਾਤਲ ਆ ਉਹਨਾਂ ਨੂੰ ਜ਼ਰੂਰ ਅਸੀਂ ਲੱਭ ਕੇ ਰਵਾਂਗੇ। ਲੰਬੇ ਸਮੇਂ ਤੋਂ ਸਰਕਾਰ ਬਣਨ ਤੋਂ ਬਾਅਦ ਕਿਤੇ ਨਾ ਕਿਤੇ ਕਦੋਂ ਦੀ ਵਾਰਦਾਤ ਸਾਹਮਣੇ ਆਉਂਦੀ ਹੈ। ਜਦੋਂ ਗੱਲ ਕਰੀਏ ਤਾਂ ਹਰ ਕੋਈ ਕਹਿ ਦਿੰਦਾ ਕਿ ਪੁਰਾਣੀਆਂ ਸਰਕਾਰਾਂ ਦੀ ਦੇਣ ਆ ਕਿ ਇਹ ਜਿਹੜੇ ਗੈਂਗਸਟਰ ਬਣੇ ਹੋਏ ਨੇ, ਅਸੀਂ ਤੇ 3 ਮਹੀਨੇ ਹੋਏ ਪਹੁੰਚੇ। ਨਹੀਂ, ਦੇਖੋ, ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਵਾ, ਜਿਹੜੀਆਂ ਭਗਵੰਤ ਮਾਨ ਜੀ ਦੇ ਜਿੰਨੀਆਂ ਮੈਂ ਤਾਂ ਸਮਝਦਾ ਕੋਈ ਗੱਲ ਕਰ ਹੀ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਤੇ ਕਿੱਤਾ ਹੀ ਆ ਨਾ ਸ਼ਾਇਦ ਕਿ ਉਹਨਾਂ ਤੇ ਅਜੇ ਤੱਕ ਗੱਲਾਂ ਦੀ ਖੱਟੀ ਖਾਧੀ ਆ, ਔਰ ਉਹ ਗੱਲਾਂ ਜਿਹੜੀਆਂ ਬਣਾਉਣੀਆਂ ਉਹਨਾਂ ਨੂੰ ਬਹੁਤ ਆਉਂਦੀਆਂ। ਵੇਖੋ, ਕਤਲ ਠੀਕ ਆ ਹੁੰਦੇ ਆ, ਪਰ ਜੋ ਰੇਸ਼ੋ ਹੁਣ ਵਧੀ ਆ, ਤੁਸੀਂ ਵੇਖੋ ਕਿਹੜਾ ਦਿਨ ਜਿਹੜਾ ਵਾ ਉਹ ਖਾਲੀ ਜਾਂਦਾ ਜਿੱਥੇ ਗੋਲੀ ਨਹੀਂ ਚੱਲਦੀ। ਮੈਂ ਤੇ ਕੱਲੇ ਮਾਝੇ ਦੀ ਗੱਲ ਕਰ ਲਾਂਗੇ, ਸਾਡੇ ਮੱਝ ਸਾਰਾ ਪੰਜਾਬ ਛੱਡ ਦਿਓ, ਮੈਂ ਜੇ ਮਾਝੇ ਦੀ ਗੱਲ ਕਰਾਂ ਤੇ ਮਾਝੇ 'ਚ ਵੀ ਕੋਈ ਐਸਾ ਦਿਨ ਨਹੀਂ ਆ ਕਿ ਜਿੱਦਣ ਇੱਕ ਕਤਲ ਨਹੀਂ ਹੁੰਦਾ ਜਾਂ ਕਿਸੇ ਨੂੰ ਗੋਲੀ ਨਹੀਂ ਲੱਗਦੀ। ਸ਼ਰੇਆਮ ਦਿਨ ਦਿਹਾੜੇ ਬੰਦੇ ਮਾਰੇ ਜਾ ਰਹੇ ਆ, ਔਰ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹਿ ਗਈ। ਔਰ ਜਾਣਾ ਕਿਹਦੇ ਕੋਲ ਹੈ? ਲੋਕਾਂ ਨੇ ਪੁਲਿਸ ਕੋਲ ਜਾਣਾ, ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਸੋ ਇਸ ਕਰਕੇ ਅਸੀਂ ਜਿਹੜਾ ਉਹ ਮਨ ਬਣਾਇਆ ਵਾ ਕਿ ਪੁਲਿਸ ਨੂੰ, ਜੇ ਇਹਨਾਂ ਨੂੰ ਇੱਕ ਹਫ਼ਤੇ ਦਾ ਅਸੀਂ ਅਲਟੀਮੇਟਮ ਦੇਵਾਂਗੇ, ਉਦੋਂ ਪਹਿਲਾਂ ਅਸੀਂ DGP ਸਾਹਿਬ ਨੂੰ ਮਿਲਣ ਜਾਵਾਂਗੇ, ਤੇ ਜੇ ਇਹਨਾਂ ਨਾ ਕੁਝ ਕੀਤਾ ਫਿਰ ਜਿਹੜਾ ਉਹ SSP ਤਰਨਤਾਰਨ ਦਾ ਘਰਾਓ ਕਰਾਂਗੇ। ਵੈਸੇ ਇਹਨਾਂ ਨੂੰ ਕੁਛ ਨਾ ਕੁਛ ਇਹ ਜ਼ਰੂਰ ਸ਼ਰਮ ਕਰਨੀ ਚਾਹੀਦੀ ਹੈ ਕਿ ਯਾਰ ਅਗਲੇ ਦੇ ਪਰਿਵਾਰ ਦਾ ਜੀ ਗਿਆ, ਤੇ ਔਰ ਵਧੀਆ ਤਰੀਕੇ ਨਾਲ ਅਗਲੇ ਨੂੰ ਮਿਲ ਹੀ ਲੈਣ, ਦੱਸ ਹੀ ਦੇਣ ਕਿ ਅਗਲੇ ਨੂੰ ਪਤਾ ਲੱਗ ਜਾਏ। ਤੁਸੀਂ ਆ ਵੇਖੋ ਕਿੱਡੀ ਬੇਰਹਿਮੀ ਦੇ ਨਾਲ ਆ ਉਹਦਾ ਬੇਟਾ, ਆਹ ਵੇਖੋ ਵਿਚਾਰੇ ਦਾ ਬਾਪ ਦੇ ਇਹਦੇ ਹਾਲਾਤ, ਉਹ ਕਿਹੜੀ ਬੇਰਹਿਮੀ ਦੇ ਨਾਲ ਇਹਨੂੰ ਕਤਲ ਕੀਤਾ। ਤੁਸੀਂ ਸਾਰੀਆਂ ਫੋਟੋਆਂ ਦੇਖ ਰਹੇ ਹੋ, ਤੇ ਯਾਰ ਬੰਦੇ ਨੂੰ ਮਾਰਤਾ ਇੰਨੀ ਬੁਰੀ ਤਰ੍ਹਾਂ। ਅਜੇ ਤੱਕ
ਅੱਛਾ, ਮੇਰੀ ਪਰਸੋਂ ਵੀ ਐਸਪੀ ਵਿਸ਼ਾਲਜੀਤ ਸਿੰਘ ਹੋਣਾ ਨਾਲ ਗੱਲ ਹੋਈ, ਬਸ ਇਹੋ ਗੱਲ ਕਰ ਰਹੇ ਆ ਭਾਜੀ, ਲੱਭ ਰਹੇ ਆ ਭਾਜੀ, ਕਰ ਰਹੇ ਆ ਭਾਜੀ, ਲੱਭ ਰਹੇ ਆ, ਕੁਛ ਨਹੀਂ ਕਰ ਰਹੀ ਪੁਲਿਸ। ਸੋ ਇਸ ਕਰਕੇ ਮੈਂ ਤੇ ਸਰਕਾਰ ਨੂੰ ਵੀ ਇਹ ਬੇਨਤੀ ਕਰਨੀ ਚਾਹਣਾ ਕਿ ਯਾਰ ਥੋੜਾ ਪੇਨ ਲਓ। ਹਾਂ, ਤੁਸੀਂ ਸੱਜੇ ਖੱਬੇ ਬਹੁਤ ਗੱਲਾਂ ਕਰਦੇ ਜੇ, ਪਰ ਜਿਹਦੇ ਪਰਿਵਾਰ ਦਾ ਮੈਂਬਰ ਗਿਆ ਹੁੰਦਾ, ਜਦੋਂ ਉਹਦਾ ਘਾਟਾ ਜਿਹੜਾ ਉਹ ਪੂਰਾ ਤਾਂ ਨਹੀਂ ਹੁੰਦਾ, ਪਰ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜਾਂ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ, ਜਦੋਂ ਉਹ ਵੀ ਆਪਦੀ ਜ਼ਿੰਮੇਵਾਰੀ ਤੋਂ ਭੱਜਦੇ ਆ, ਫਿਰ ਜ਼ਰੂਰ ਇਸ ਗੱਲ ਦਾ ਦੁੱਖ ਹੁੰਦਾ। ਤੇ ਅੱਜ ਇਸ ਗੱਲ ਦਾ ਬਹੁਤ ਵੱਡਾ ਦੁੱਖ ਆ ਕਿ ਸਾਡਾ ਵੀਰ ਜਿਹੜਾ ਰਣਜੀਤ ਸਿੰਘ ਆ, ਉਹਦੇ ਅਜੇ ਤੱਕ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ। ਵੇਖੋ, ਗੱਡੀ ਬੜਾ ਵੱਡਾ ਪ੍ਰੂਫ ਹੈ ਕਿ ਗੱਡੀ ਨਾਲ ਲੱਗਿਆ, ਤੇ ਗੱਡੀ ਕਿਹੜੀ ਸੂਈ ਹੈ ਕੋਈ ਕਿ ਲੱਭ ਹੀ ਨਹੀਂ ਸਕੇ। ਸੋ ਇਸ ਕਰਕੇ ਇਹ ਬੜਾ ਵੱਡਾ ਮੈਂ ਸਮਝਦਾ ਕਿ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਫੇਲੀਅਰ ਸਾਹਮਣੇ ਆਇਆ। ਸੋ ਇਹਨਾਂ ਨੂੰ ਇਹਨਾਂ ਕੰਮਾਂ 'ਤੇ ਧਿਆਨ ਦੇਣਾ ਪਊਗਾ। ਹੁਣ ਅਸੀਂ ਥੋੜੇ ਦਿਨਾਂ ਤੱਕ, 1-2 ਦਿਨਾਂ ਤੱਕ ਡੀਜੀਪੀ ਸਾਹਿਬ ਨੂੰ ਮੈਂ ਮਿਲਣ ਜਾ ਰਿਹਾ, ਸਾਰੀ ਫੈਮਿਲੀ ਨਾਲ ਲੈ ਕੇ ਜਾਵਾਂਗਾ। ਔਰ ਉਸ ਤੋਂ ਬਾਅਦ ਅੱਛਾ, ਸਾਡੇ ਸਤਿਕਾਰਯੋਗ ਨੇ, ਸਾਡੇ ਇੱਥੇ ਰਹਿ ਕੇ ਗਏ ਨੇ ਆਈਜੀ ਸਾਹਿਬ, ਕਮਿਸ਼ਨਰ ਰਹਿ ਕੇ ਗਏ ਨੇ ਸੁਖਚੈਨ ਗਿੱਲ ਜੀ। ਮੈਨੂੰ ਲੱਗਦਾ ਕਿ ਸ਼ਾਇਦ ਅੱਜ ਕੱਲ ਉਹ ਸਾਰਾ ਪੁਲਿਸ ਦਾ ਜਿਹੜਾ ਸੀਐਮ ਸਾਹਿਬ ਦਾ, ਪ੍ਰਸ਼ਾਸਨ ਦਾ, ਸਾਰਾ ਪੁਲਿਸ ਪ੍ਰਸ਼ਾਸਨ ਦਾ ਉਹ ਰਿਪੋਰਟ ਦਿੰਦੇ ਨੇ। ਉਹਨਾਂ ਤੱਕ ਵੀ ਫੈਮਿਲੀ ਨੇ, ਭਾਜੀ ਗੁਰਨਾਮ ਸਿੰਘ ਆਪ ਜਾ ਕੇ, ਨਰਿੰਦਰ ਸਿੰਘ ਹੁਣੀ ਆਪ ਮਿਲ ਕੇ ਆਏ। ਉਹਨਾਂ ਵੀ ਕਿਹਾ ਵਾ ਕਿ ਯਾਰ ਇਹ ਪੇਨ ਲੋ, ਪਰ ਕੋਈ ਸੁਣਦਾ ਹੀ ਨਹੀਂ। ਮੈਂ ਸਮਝਦਾ ਕਿ ਐਸਐਸਪੀ ਸਾਹਿਬ ਦੇ ਵੱਸ ਦਾ ਰੋਗ ਨਹੀਂ। ਉਹ ਮੈਂ ਵੀ ਉਹਨਾਂ ਨਾਲ ਗੱਲ ਕੀਤੀ, ਜਿਹੜੀ ਉਹਨਾਂ ਦੀ ਵੇ ਆਫ ਟਾਕਿੰਗ ਸੀਗੀ ਉਹ ਇੱਕ ਮਜ਼ਾਕੀਆ ਜਿਹਾ ਸੀਗਾ। ਉਹ ਮੈਂ ਅੱਜ ਤੱਕ ਮੈਂ ਵੀ 10 ਸਾਲ ਸਰਕਾਰ ਦੇ ਵਿੱਚ ਰਿਹਾ ਔਰ ਸੀਨੀਅਰ ਅਫਸਰਾਂ ਦੇ ਨਾਲ ਰਹੇ ਆ, ਪਰ ਮੈਂ ਕਦੀ ਇਹੋ ਜੀ ਟਾਕਿੰਗ ਨਹੀਂ ਕਿਸੇ ਅਫਸਰ ਦੀ ਸੁਣੀ ਕਿ ਇੱਕ ਪਰਿਵਾਰ ਦੀ ਅਸੀਂ ਕਤਲ ਦੀ ਗੱਲ ਕਰ ਰਹੇ ਹਾਂ ਤਾਂ ਤੁਸੀਂ ਅਗਲੇ ਬੰਨੇ ਮਜ਼ਾਕ ਜਿਹੀ ਦੀ ਗੱਲ ਕਰੋ, ਤੇ ਗੱਲ ਸ਼ੋਭਾ ਨਹੀਂ ਦਿੰਦੀ। ਸੋ ਮੈਂ ਸਮਝਦਾ ਕਿ ਇਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਨੂੰ ਸੀਰੀਅਸ ਲੈਣਾ ਚਾਹੀਦਾ। ਗਿੱਲ ਸਾਹਿਬ, ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲਗਭਗ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ, ਉਹਦੇ ਪਰਿਵਾਰ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਪਿਤਾ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਸਾਨੂੰ ਬਿਜਲੀ ਫ੍ਰੀ ਨਹੀਂ ਚਾਹੀਦੀ, ਸਾਨੂੰ ਫ੍ਰੀ ਦੀਆਂ ਸਹੂਲਤਾਂ ਸਾਰੀਆਂ, ਸਾਡੇ ਬੱਚੇ ਬਚਾ ਦਿੱਤੇ ਜਾਣ। ਇੱਕ ਨਾਮੀ ਗਾਇਕ ਨੂੰ ਇਨਸਾਫ ਨਹੀਂ ਹਾਲੇ ਤੱਕ ਮਿਲਿਆ, ਤੁਹਾਨੂੰ ਲੱਗਦਾ ਕਿਸ ਆਮ ਪਰਿਵਾਰ ਨੂੰ ਇਨਸਾਫ ਮਿਲੂਗਾ? ਲਗਾਤਾਰ ਡੀਜੀਪੀ ਵੀ ਪੰਜਾਬ ਦੇ ਬਦਲੇ ਜਾ ਰਹੇ। ਮੈਂ ਇਹੀ ਤੇ ਗੱਲ ਕਰ ਰਿਹਾ ਕਿ ਬਹੁਤ ਵੱਡਾ, ਉਹ ਵੀ ਬਹੁਤ ਵੱਡਾ ਘਾਟਾ ਪਿਆ। ਵੇਖੋ, ਜਿਹੜੇ ਪਰਿਵਾਰ ਦਾ ਜੀ ਜਾਂਦਾ ਵਾ, ਠੀਕ ਆ, ਉਹ ਵਿਚਾਰਾ ਬੜਾ ਨਾਮੀ ਸੀਗਾ, ਉਹਦਾ ਉਹ ਵਰਲਡ ਫੇਮਸ ਬੰਦਾ ਸੀਗਾ, ਉਹਦਾ ਲੋਕਾਂ ਨੇ ਬਹੁਤ ਦੁੱਖ ਮਨਾਇਆ, ਕੱਲਾ ਕੱਲਾ ਮਾਂ ਦਾ ਪੁੱਤ। ਤੁਸੀਂ ਅੱਜ ਇਹਨੂੰ ਪੁੱਛ ਕੇ ਵੇਖੋ, ਇਹਦਾ ਵੀ ਤੇ ਵਿਚਾਰੇ ਦਾ ਬਾਪ ਆ, ਸਾਡੀ ਭੈਣ ਬੈਠੀ ਆ, ਇਹਦੇ ਸਿਰ ਦਾ ਸਾਈਂ ਗਿਆ, ਇਹਨਾਂ ਨੂੰ ਵੀ ਉਹਨਾਂ ਹੀ ਦੁੱਖ ਆ। ਪਰ ਗੱਲ ਤੇ ਆਪਾਂ ਆਲਰੇਡੀ ਪਹਿਲਾਂ ਕਰ ਚੁੱਕੇ ਆ ਕਿ ਮਰਡਰ ਤੇ ਮਰਡਰ ਡੇ ਬਾਈ ਡੇ ਜਿਹੜੇ ਮਰਡਰ ਤੇ ਮਰਡਰ ਹੀ ਹੋਈ ਜਾਂਦੇ ਆ। ਔਰ ਪੁਲਿਸ ਇਹਦੀ ਜ਼ਿੰਮੇਵਾਰ ਕੌਣ ਆ? ਪ੍ਰਸ਼ਾਸਨ ਜ਼ਿੰਮੇਵਾਰ ਆ, ਸਰਕਾਰ ਜ਼ਿੰਮੇਵਾਰ ਹੈ। ਸੋ ਇਸ ਕਰਕੇ ਉਹ ਸਰਦਾਰ ਬਲਕੌਰ ਸਿੰਘ ਨੇ ਜਿਹੜੀ ਗੱਲ ਕੀਤੀ ਆ, ਉਹਨਾਂ ਨੇ ਸਹੀ ਕੀਤੀ ਆ ਕਿ ਸਾਨੂੰ ਮੁਫਤ ਦੀਆਂ ਸਹੂਲਤਾਂ। ਉਹ ਵਿਚਾਰੇ ਦਾ ਮਨ ਭਰਿਆ ਪਿਆ, ਉਹ ਅੱਕਿਆ ਪਿਆ, ਉਹ ਸੜਿਆ ਪਿਆ ਵਾ ਇਹਨਾਂ ਗੱਲਾਂ ਤੋਂ ਕਿ ਯਾਰ ਅਸੀਂ ਕੀ ਕਰਨਾ ਫ੍ਰੀ ਦਾ ਸਭ ਕੁਝ। ਮੈਂ ਵੀ ਇਹ ਗੱਲ ਸੁਣੀ ਆ ਕਿ ਅਸੀਂ ਬਿਜਲੀ ਜਿਹੜੀ ਆ ਮੁਫਤ ਦੀ ਮਚਾ ਕੇ ਕੀ ਕਰਾਂਗੇ, ਜਦੋਂ ਸਾਡੇ ਮਚਾਉਣ ਵਾਲੇ ਨਾ ਰਹੇ, ਸਾਡੀਆਂ ਕੁੱਲਾਂ ਹੀ ਖਤਮ ਹੋ ਗਈਆਂ ਤਾਂ ਅਸੀਂ ਕਰਨਾ ਕੀ ਆ। ਸੋ ਇਸ ਕਰਕੇ ਉਹਨਾਂ ਨੇ ਗੱਲ ਬਿਲਕੁਲ ਸਹੀ ਕਹੀ। ਹਾਂਜੀ, ਮੇਰਾ ਨਾਮ ਜੀ ਗੁਰਨਾਮ ਸਿੰਘ ਹੈ ਜੀ, ਤੇ ਮੇਰਾ ਛੋਟਾ ਵੀਰ ਰਣਜੀਤ ਸਿੰਘ ਜਿਹਦਾ ਕਤਲ ਹੋਇਆ, ਜਿਹਦੇ ਬਾਰੇ ਆਪਾਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਸਾਡਾ ਇਹੀ ਵੀ ਅਸੀਂ ਜਿਹਨੂੰ ਕਹਿੰਦੇ ਆ ਵੀ ਸਾਰੇ ਬੰਨਿਓ ਨਮੋਸ਼ੀ ਹੋਈ, ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ। ਠੀਕ ਹੈ, ਜਾਂਦਿਆਂ ਨੂੰ ਪਾਣੀ ਚਾਹ ਪਿਆ ਦਿੰਦੇ ਆ ਜੀ, ਤੇ 10 ਮਿੰਟ ਬਿਠਾਇਆ ਤੇ ਅਸੀਂ ਕਰ ਰਹੇ ਆ ਜੀ। ਜਿੱਦਾਂ ਸਾਡੇ ਸਰਦਾਰ ਤਲਵੀਰ ਸਿੰਘ ਜੀ ਨੇ ਸਾਰੀ ਗੱਲ ਦੱਸੀ, ਅਸੀਂ ਆਪਣਾ ਦੁੱਖ ਤੇ ਇਹਨਾਂ ਕੋਲ ਹੁਣ ਹਾਰ ਕੇ ਰੋਇਆ ਜ਼ਿਆਦਾ। ਪਹਿਲਾਂ ਵੀ ਇਹ ਬਹੁਤ ਜ਼ਿਆਦਾ ਸਾਡੀ ਸਪੋਰਟ ਕਰਦਾ ਸੀ, ਹੁਣ ਤੇ ਇਹਨਾਂ ਨੂੰ ਇਹੀ ਕਿਹਾ ਵੀ ਭਾਜੀ ਨਹੀਂ, ਹੁਣ ਸਾਡੇ ਨਾ ਵੱਸ ਤੋਂ ਬਾਹਰ ਹੋ ਗਿਆ ਗੱਲ ਵੀ ਪੁਲਿਸ ਵਾਲੇ ਜਿਹੜੇ ਉਹ ਸਾਨੂੰ ਹੁਣ ਇੱਕ ਗੇਮ ਦੀ ਤਰ੍ਹਾਂ ਖੇਡਣ ਦਾ ਵੀ ਚੱਲ ਇਧਰੋਂ ਉਧਰ ਤੇ ਉਧਰੋਂ ਇੱਧਰ। ਪਰ ਇੱਕ ਤੇ ਸਾਡਾ ਬੰਦਾ ਵੇਖੋ ਜੀ ਚਲੇ ਗਿਆ ਦੁਨੀਆ ਤੋਂ, ਦੂਜਾ ਸਾਨੂੰ ਖੱਜਲ ਖੁਆਰੀ, ਕਦੀ ਅਸੀਂ ਤਰਨਤਾਰਨ, ਕਦੀ ਅਸੀਂ ਅੰਮ੍ਰਿਤਸਰ, ਕਦੀ ਅਸੀਂ ਚੰਡੀਗੜ੍ਹ, ਇਹ ਸਾਰੀਆਂ ਚੀਜ਼ਾਂ ਹਰਾਸਮੈਂਟ ਕਰੀਏ। ਹੁਣ ਸਾਡੀ ਹਰਾਸਮੈਂਟ ਹੋਣ ਦੀ ਸਾਡੀ ਇਹ ਨਾਲ ਸਾਡਾ ਜਿਹੜਾ ਆਰਥਿਕ ਪੱਖ ਉਹ ਵੀ ਕਮਜ਼ੋਰ ਹੁੰਦਿਆ ਵਾ। ਬੱਚਾ ਵਾ ਛੋਟਾ, ਉਹ ਇੱਕੋ ਦਾ ਉਹੀ ਕਾਰੋਬਾਰ ਸੀਗਾ, ਉਸ ਤੋਂ ਇਲਾਵਾ ਕੋਈ ਹੋਰ ਕਾਰੋਬਾਰ ਕੋਈ ਨਹੀਂਗਾ। ਤੇ ਬੱਚਿਆਂ ਨੇ ਹੁਣ ਉੱਥੇ ਕਾਰੋਬਾਰ ਤੇ ਜੇ ਜਾਣਾ ਵੀ ਆ ਤੇ ਉਹ ਵੀ ਇੱਕ ਬੜਾ ਵੱਡਾ ਡਰ ਭੈ ਬਣਿਆ ਪਿਆ ਸਾਡੇ ਸਾਰੇ ਪਰਿਵਾਰ ਦੇ ਉੱਤੇ ਵੀ ਇਹ ਬਣੂਗਾ ਕੀ ਜਿੰਨਾ ਚਿਰ ਸਾਨੂੰ ਸਾਡੇ ਕਾਤਲ ਨਹੀਂ ਮਿਲਦੇ। ਸਾਨੂੰ ਕਾਤਲ ਲੱਭ ਕੇ ਜ਼ਰੂਰ ਦੇਵੇ ਪੁਲਿਸ। ਜਿੱਥੋਂ ਤੱਕ ਪੁਲਿਸ ਦੀ ਕਾਰਵਾਈ ਆ, ਪਹਿਲੇ 2 ਦਿਨ ਇਹਨਾਂ ਨੇ ਕੰਮ ਵਧੀਆ ਕੀਤਾ, ਉਸ ਤੋਂ ਬਾਅਦ ਇਹਨਾਂ ਨੇ ਬਸ ਵੀ ਲਾਰੇ ਲੱਪੇ ਦੇ ਵਿੱਚ ਵੀ ਹੁਣ ਕਿਸੇ ਦੀ ਸਰਕਾਰੀ ਡਿਊਟੀ ਇੱਧਰ ਲੱਗ ਗਈ ਆ ਜੀ, ਕਿਸੇ ਦੀ ਉੱਧਰ ਲੱਗ ਗਈ ਆ, ਟੀਮਾਂ ਭੇਜੀਆਂ ਵਾ, ਟੀਮਾਂ ਆ ਰਹੀਆਂ, ਟੀਮਾਂ ਜਾ ਰਹੀਆਂ ਵਾ। ਇਹ ਸਾਰੀਆਂ ਗੱਲਾਂ ਜਿਹੜੀਆਂ ਜੇ ਸਾਨੂੰ ਉਹਨਾਂ ਵਾਸਤੇ ਠੀਕ ਆ, ਪਰ ਸਾਨੂੰ ਨਹੀਂ ਇਹ ਪਚਦੀਆਂ ਜੀ। ਸਾਨੂੰ ਤੇ ਕਿਸੇ ਟਾਈਮ ਇਹ ਲੱਗਦਾ ਵਾ ਵੀ ਜਿਵੇਂ ਇਹ ਕੇਸ ਜਿਹੜਾ ਕਤਲ ਹੈ ਨਾ, ਇਹ ਹੋ ਸਕਦਾ ਵੀ ਕੋਈ ਮਹਿਕਮੇ ਦੇ ਵਿੱਚ ਕੋਈ ਇਹੋ ਜਿਹਾ ਕੋਈ ਅਫਸਰ ਹੋਵੇ ਜਿਹਦੀ ਸ਼ਹਿ ਦੇ ਨਾਲ ਹੋਇਆ ਵਾ, ਉਹ ਤਾਂ ਹੀ ਇਹਨੂੰ ਮਤਲਬ ਦੱਬਣ ਦਾ ਹੈ ਜੀ। ਇਹ ਚੀਜ਼ਾਂ ਭਾਜੀ ਗੱਲ ਏਦਾਂ ਵੀ ਸਾਡੀ ਰੰਜਿਸ਼ ਤੇ ਕੋਈ ਨਹੀਂ, ਅਸੀਂ ਨਿੱਜੀ ਤੌਰ ਤੇ ਨਾ ਸਾਡਾ ਕੋਈ ਮਤਲਬ ਪੈਲੀ ਬੰਨੇ ਦਾ, ਨਾ ਕੋਈ ਪਲਾਟ ਦਾ, ਨਾ ਕੋਈ ਲੈਣ ਦੇਣ ਦਾ, ਨਾ ਹੀ ਕਿਸੇ ਦਾ ਲੈਣਾ, ਨਾ ਹੀ ਕਿਸੇ ਦਾ ਕੋਈ ਪੈਸਾ ਦੇਣਾ ਵਾ। ਕੋਈ ਇਹੋ ਜਿਹਾ ਝਗੜਾ ਤੇ ਕੋਈ ਨਹੀਂ ਆ, ਪਰ ਕਾਰਨ ਤੇ ਇਹੀ ਤੇ ਅਸੀਂ ਚਾਹੁੰਦੇ ਆ ਵੀ ਕਾਤਲ ਸਾਹਮਣੇ ਆਉਣ, ਗੱਲ ਕਲੀਅਰ ਹੋਵੇ, ਮਸਲਾ ਕੀ ਸੀ,
ਕਿ ਸਾਨੂੰ ਸੰਤੁਸ਼ਟੀ ਹੋਵੇ ਵੀ ਆਹ ਮਸਲਾ ਹੀ ਇਹਦੇ ਕਰਕੇ ਹੋਇਆ ਵਾ। ਬਾਕੀ ਜਿਹੜੀ ਸਾਨੂੰ ਸਭ ਤੋਂ ਵੱਡੀ ਇਸ ਟਾਈਮ ਪ੍ਰੋਬਲਮ ਆ ਵੀ ਸਾਡਾ ਉੱਥੇ ਬਿਜ਼ਨਸ ਆ ਭਿੱਖੀਵਿੰਡ, ਅਸੀਂ ਜਾਣਾ ਵੀ ਆ ਆਉਣਾ ਵੀ ਆ, ਕੁਛ ਅਸੀਂ ਆਪ ਵੀ ਜਾਂਦੇ ਆ, ਮੇਰੀ ਵੀ ਗੱਗੋਬੂਏ ਦੁਕਾਨ ਆ, ਮੈਂ ਵੀ ਜਾਣਾ ਉੱਥੇ। ਪਰ ਕਾਰਨ ਹੈ ਵੀ ਸਾਡਾ ਤੇ ਇੱਕ ਟਾਈਮ ਫਿਕਸ ਆ ਜੀ, ਅਸੀਂ ਇੰਨੇ ਵਜੇ ਜਾਣਾ ਤੇ ਇੰਨੇ ਵਜੇ ਵਾਪਸੀ ਸਾਡੀ ਆ ਜਾਣੀ ਆ ਜੀ। ਇਹ ਸਾਨੂੰ ਸਭ ਤੋਂ ਜ਼ਿਆਦਾ ਪੇਨ ਕਰਦੀ ਆ ਵੀ ਆਉਣ ਵਾਲਾ ਸਮਾਂ ਸਾਡਾ ਕਿਹੋ ਜਿਹਾ ਵਾ। ਮਾਨ ਸਾਹਿਬ ਜੋ ਸਰਕਾਰ ਬਣੀ ਸੀ ਕਿਹਾ ਸੀ ਆਮ ਲੋਕਾਂ ਦੀ ਸੁਣਵਾਈ ਹੋਵੇਗੀ, ਲੱਗਦਾ ਕਿ ਆਮ ਲੋਕਾਂ ਦੀ ਸੁਣਵਾਈ ਹੋ ਰਹੀ ਹੈ? ਅਜੇ ਤੱਕ ਤੇ ਕੋਈ ਸੁਣਵਾਈ ਨਹੀਂ ਜੀ ਆਮ ਲੋਕਾਂ ਦੀ, ਅਜੇ ਤੱਕ ਤੇ ਉਹਦੀ ਆਪਣੀ ਸੁਣਵਾਈ ਹੁੰਦੀ ਆ ਜਾਂ ਉਹਦੇ ਲਾਗਲੇ ਬੰਦਿਆਂ ਦੀ ਹੁੰਦੀ ਆ। ਕੋਈ ਸੁਣਵਾਈ ਪਿੰਡਾਂ 'ਚ ਜਾ ਕੇ ਸਰਵੇ ਕਰ ਲਓ, ਅਸੀਂ ਸਾਰੇ ਲੋਕਾਂ ਦੇ ਵਿੱਚ ਵਿਚਰਦੇ ਉੱਥੇ ਹਾਂ ਪਾ ਰਿਹਾ ਹੋਈ ਪਈ ਆ, ਨਸ਼ਾ ਹੱਦੋਂ ਵੱਧ ਹੋਇਆ ਪਿਆ, ਘਰ ਘਰ ਨਸ਼ਾ ਪਹੁੰਚਿਆ ਪਿਆ ਵਾ। ਜੇ ਕਿ ਘਰ ਬਹਿ ਕੇ ਸਰਕਾਰ ਚੱਲੂਗੀ, ਚੰਡੀਗੜ੍ਹ ਪਹੁੰਚਣ ਦੀ ਲੋੜ ਨਹੀਂ ਪੈਣੀ, ਮਹੱਲੇ 'ਚ ਬਹਿ ਕੇ ਸਰਕਾਰ ਚੱਲੂਗੀ, ਕੋਈ ਲੱਗਾ ਕਿ ਇਦਾਂ ਪਹੁੰਚ ਕਰਕੇ ਅਸੀਂ ਆਮ ਆਪਣਾ ਦੁੱਖ ਦੱਸ ਸਕਦੇ? ਅਜੇ ਤੱਕ ਤੇ ਭਾਜੀ ਐਮਐਲਏ ਕੋਲ ਵੀ ਜਾ ਕੇ ਵੇਖ ਲਿਆ, ਉਹਨਾਂ ਦੇ ਸਾਰੇ ਐਮਐਲਏ ਕੋਲ ਵੀ, ਤੇ ਉਹਨਾਂ ਨੂੰ ਤੇ ਐਮਐਲਏ ਨੂੰ ਅਜੇ ਫੋਨ ਕਰਨ ਦਾ ਨਹੀਂ ਪਤਾ ਵੀ ਮਤਲਬ ਫੋਨ ਕਰਕੇ ਬੰਦੇ ਦੀ ਸਿਫਾਰਿਸ਼ ਕਿਵੇਂ ਕਰਨੀ ਜਾਂ ਉਹਦਾ ਦੁੱਖ ਕਿਵੇਂ ਅਗਲੇ ਬੰਨੇ ਕਿਸੇ ਪੁਲਿਸ ਅਫਸਰ ਨੂੰ ਦੱਸਣਾ। ਉਹਨਾਂ ਨੇ ਅਜੇ ਤੇ ਕੋਈ ਮੈਨੂੰ ਤੇ ਕੋਈ ਆਸ ਨਹੀਂ ਜੀ ਲੱਗੀ ਉਹਨਾਂ ਤੋਂ ਇਹੋ ਜਿਹੀ ਗੱਲ ਵੀ ਜਿਹੜੀ ਉਹ ਕੁਝ ਕਰ ਪਾਉਣਗੇ। ਅਜੇ ਤੋਂ ਮੈਨੂੰ ਐਂ ਲੱਗਦਾ ਵੀ ਜਿਵੇਂ ਸਾਰੇ ਟ੍ਰੇਨਿੰਗ ਤੇ ਹੀ ਹੁੰਦੇ ਆ ਜੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਪ੍ਰਸ਼ਾਸਨ ਤੋਂ ਤੇ ਇਹੀ ਮੰਗ ਕਰ ਰਹੇ ਆ ਭਾਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ, ਸਾਡੇ ਕਾਤਲ ਕਲੀਅਰ ਹੋਣੇ ਚਾਹੀਦੇ ਆ, ਜਿਹਦੇ ਨਾਲ ਚਲੋ ਬੰਦਾ ਸਾਡਾ ਨਹੀਂ ਮੁੜਨਾ, ਪਰ ਸਾਡੀ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੁਰੱਖਿਆ ਬਣਾ ਉਹ ਵੀ ਅਸੀਂ ਯਕੀਨੀ ਬਣਾਉਣੀ ਜੀ ਆਪਣੀ। ਇਨਸਾਫ ਨਾ ਮਿਲਿਆ ਤੇ ਫਿਰ ਅਸੀਂ ਜੋ ਵੀ ਹੈਗਾ ਭਾਜੀ, ਪਹਿਲੀ ਗੱਲ ਤਾਂ ਉੱਥੇ ਧਰਨਾ ਦੇਵਾਂਗੇ ਜਿਹੜਾ ਅਸੀਂ ਦੇਣਾ, ਜੇ ਨਾ ਹੋਇਆ ਤਾਂ ਫਿਰ ਮੈਂ ਭੁੱਖ ਹੜਤਾਲ ਤੇ ਬਹਿ ਜਾਣਾ ਜੀ ਐਸਐਸਪੀ ਦੇ ਦਫ਼ਤਰ ਦੇ ਸਾਹਮਣੇ। ਜਦੋਂ ਕਤਲ ਹੋਇਆ ਕੋਈ ਕਿਸੇ ਤਰ੍ਹਾਂ ਦੀ ਸੀਸੀਟੀਵੀ ਦੀ ਵੀਡੀਓ ਸਾਹਮਣੇ ਨਹੀਂ ਸੀ ਆਈ ਸੀ? ਸੀਸੀਟੀਵੀ ਕੈਮਰੇ ਦੇਖਿਆ ਜੀ, ਹਨਾ ਜੀ, ਪੁਲਿਸ ਵਾਲਿਆਂ ਦੇ ਕੋਲ ਹੀ ਉਹੋ ਹੀ ਦੱਸ ਸਕਦੇ ਵੀ ਕੀ ਹੈ ਕੀ ਨਹੀਂ, ਉਹਦੇ ਬਾਰੇ ਸਾਨੂੰ ਉਹਨਾਂ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਤੇ ਗੱਡੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਮੁਤਾਬਕ ਜਿਹੜੀ ਆ ਗੱਡੀ ਕਤਲ ਕਰਨ ਤੋਂ ਬਾਅਦ ਭਿੱਖੀਵਿੰਡ ਜਾਂਦੀ ਹੈ ਜੀ, ਫਿਰ ਵਾਪਸੀ ਉੱਥੋਂ ਅੱਗੇ ਕਹਿ ਦਿੰਦੇ ਵੀ ਭਿੱਖੀਵਿੰਡ ਤੋਂ ਅੱਗੇ ਕੁਝ ਪਤਾ ਨਹੀਂ ਲੱਗਦਾ। ਬਾਕੀ ਹੁਣ ਇਹਨਾਂ ਦੀਆਂ ਇਹੀ ਜਾਣਨ ਜੀ ਕੀ ਹੈ ਤੇ ਕੀ ਨਹੀਂ ਹੈ। ਮੇਰਾ ਨਾਮ ਹਰਪ੍ਰੀਤ ਕੌਰ ਹੈ, ਮੈਂ ਸਰਦਾਰ ਰਣਜੀਤ ਸਿੰਘ ਜੀ ਦੀ ਪਤਨੀ ਹਾਂ। ਉਹ ਰੋਜ਼ ਦੀ ਤਰ੍ਹਾਂ ਆਪਣੀ ਸ਼ਾਪ ਤੇ ਸਵੇਰੇ ਗਏ ਨੇ ਘਰੋਂ ਤੇ ਸ਼ਾਮ ਨੂੰ ਲੇਟ ਹੋ ਗਏ, ਨਹੀਂ ਆਏ ਘਰੇ। ਅਸੀਂ ਰਾਤ ਭਰ ਫੋਨ ਵਗੈਰਾ ਟਰਾਈ ਕਰਦੇ ਰਹੇ ਕਿ ਫੋਨ ਨਹੀਂ ਲੱਗੇ, ਸਵਿਚ ਆਫ ਆਏ ਉਹਨਾਂ ਦੇ ਫੋਨ। ਸਵੇਰੇ ਸ਼ਨੀਵਾਰ 21 ਤਰੀਕ ਨੂੰ ਸਾਨੂੰ ਉਹਨਾਂ ਦੀ ਬੋਡੀ ਦਾ ਪਤਾ ਲੱਗਾ ਰਸ਼ੀਆਣੇ ਪਿੰਡ ਤੋਂ। ਅੱਜ 1.5 ਮਹੀਨਾ 2 ਮਹੀਨੇ ਹੋ ਚੱਲੇ, ਸਾਨੂੰ ਕੁਝ ਵੀ ਉਹਨਾਂ ਬਾਰੇ ਪਤਾ ਨਹੀਂ ਲੱਗਾ। ਉਹ ਸ਼ੌਪ ਤੋਂ ਆਏ ਨੇ ਤੇ ਕਿਸ ਤਰ੍ਹਾਂ ਉੱਥੇ ਉਧਰੋਂ ਕਿੱਧਰ ਨੂੰ ਰਸ਼ੀਆ ਨੂੰ ਕਿੱਦਾਂ ਬੋਡੀ ਗਈ ਪਤਾ ਨਹੀਂ। ਇਹ ਤਾਂ ਸਾਰਾ ਸਮਾਨ ਉਹਨਾਂ ਦੇ ਕੋਲ ਸ਼ੌਪ ਦਾ, ਗਹਿਣੇ, ਨਗਦੀ, ਉਹਨਾਂ ਦੀ ਗੱਡੀ, ਰਿਵਾਲਵਰ, ਲਾਇਸੈਂਸੀ ਸੀ, ਕਿਸੇ ਚੀਜ਼ ਦਾ ਅਜੇ ਤੱਕ ਨਹੀਂ ਪਤਾ ਲੱਗਾ ਪੁਲਿਸ ਵਾਲਿਆਂ ਤੋਂ ਸਾਨੂੰ। ਤੁਸੀਂ ਪਹੁੰਚ ਕੀਤੀ, ਪੁਲਿਸ ਕੀ ਕਹਿੰਦੀ ਹੈ ਜੀ? ਹਾਂਜੀ, ਅਸੀਂ ਜਾਂਦੇ ਰਹੇ ਹਾਂ, ਤਰਨਤਾਰਨ ਜਾਂਦੇ ਰਹੇ ਹਾਂ, ਡੀਸੀ ਦਫ਼ਤਰ ਵੀ ਗਏ ਹਾਂ। ਸਾਨੂੰ ਉਹਨਾਂ ਨੇ ਇਹ ਕਿਹਾ ਕਿ ਬਸ ਅਸੀਂ ਹਫਤੇ ਵਿੱਚ ਤੁਹਾਨੂੰ ਬੰਦੇ ਸਾਹਮਣੇ ਕਰਾ ਦਾਂਗੇ, ਹਫਤੇ ਦੇ ਵਿੱਚ ਬੰਦੇ ਸਾਹਮਣੇ ਕਰਾ ਦਾਂਗੇ, ਪਰ ਹਜੇ ਤੱਕ ਕੁਝ ਨਹੀਂ ਪਤਾ ਲੱਗਾ। ਕਿਸ ਚੀਜ਼ ਨਾਲ ਹਮਲਾ ਕੀਤਾ ਗਿਆ ਪੁਲਿਸ ਨੇ ਕਿਹਾ ਤੁਹਾਨੂੰ? ਉਹ ਬਸ ਕੁਝ ਨਹੀਂ, ਇਸ ਚੀਜ਼ ਬਾਰੇ ਸਾਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ। ਇਹ ਤਾਂ ਉਹਨਾਂ ਦੀ ਬੋਡੀ ਵੇਖ ਕੇ ਪਤਾ ਲੱਗਦਾ ਕਿ ਕਿਸ ਤਰ੍ਹਾਂ ਹਮਲਾ ਕਿੰਨਾ ਹੋਇਆ, ਕਿਸ ਤਰ੍ਹਾਂ ਉਹਨਾਂ ਨੇ ਬੇਰਹਿਮੀ ਨਾਲ ਕਤਲ ਕੀਤਾ ਵਾ। ਕੀ ਮੰਗ ਕਰਦੇ ਹੋ ਸਰਕਾਰ ਤੋਂ, ਪ੍ਰਸ਼ਾਸਨ ਤੋਂ, ਪੁਲਿਸ ਤੋਂ? ਅਸੀਂ ਵੀ ਫਿਰ ਉਸ ਕਾਰੋਬਾਰ 'ਚ ਬੈਠੋ। ਨਾਲ ਕੋਈ ਰੰਜਿਸ਼? ਇਸ ਹਿਸਾਬ ਨਾਲ ਤਾਂ ਕਿਸੇ ਨਾਲ ਕੋਈ ਵੈਰ ਨਹੀਂ ਸੀ। ਜਾਨ ਨੂੰ ਖਤਰਾ ਹੋਣਾ ਤੁਹਾਡੀ? ਹਾਂਜੀ, ਹੁਣ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹਨੇ ਉਹਨਾਂ ਦੀ ਇੰਨੀ ਬੇਰਹਿਮੀ ਨਾਲ ਕੀਤਾ ਤੇ ਕੋਈ ਨਾ ਕੁਛ ਤੇ ਵੈਰ ਉਹ ਕੱਢੀ ਹੈ ਕਿਸੇ ਨੇ, ਤੋਂ ਗਾਂ ਪਰਿਵਾਰ ਨੂੰ ਵੀ ਤੇ ਨੁਕਸਾਨ ਪਹੁੰਚਾ ਸਕਦਾ ਵਾ ਜੇ ਨਹੀਂ ਪਤਾ ਲੱਗੂ ਟਾਈਮ ਤੇ।